ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰ ਵਾਲਿਓ, ਕੁਝ ਸਮਾਂ ਸਵਾਲ ਜਵਾਬ ਅਤੇ ਜਨਮ ਸਾਖੀਆਂ ਦੀ ਪੜਚੋਲ ਪ੍ਰੋਗਰਾਮਾਂ ਦੇ ਵਿੱਚ ਵਿਘਨ ਪੈ ਗਿਆ ਸੀ। ਕੁਝ ਘਰੇਲੂ ਮਜਬੂਰੀਆਂ ਦੇ ਕਾਰਨ ਇਹ ਪ੍ਰੋਗਰਾਮ ਅਸੀਂ ਤੁਹਾਡੇ ਤੱਕ ਪਹੁੰਚਾ ਨਹੀਂ ਸਕੇ। ਅੱਗੇ ਤੋਂ ਯਤਨ ਕਰਾਂਗੇ ਕਿ ਪੂਰੀ ਕੋਸ਼ਿਸ਼ ਕਰਕੇ ਸਾਰੀ ਟੀਮ ਨੂੰ ਸਾਵਧਾਨ ਕਰਕੇ ਕਿ ਅੱਗੇ ਕਦੀ ਲੇਟ ਨਾ ਹੋਈਏ, ਸਮੇਂ ਸਿਰ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦੇ ਰਹਿਣ। YouTube ਚੈਨਲ 'ਤੇ ਤਤ ਗੁਰਮਤ ਗਿਆਨ ਜੋ ਪ੍ਰੋਗਰਾਮ ਦੇ ਰਿਹਾ ਹੈ, ਟੀਮ ਦੇ ਰੂਪ 'ਚ ਤੁਹਾਡੇ ਸਨਮੁਖ ਇਹ ਸਾਰਾ ਕੁਝ ਪੇਸ਼ ਕੀਤਾ ਜਾ ਰਿਹਾ ਹੈ। ਉਮੀਦ ਕਰਦੇ ਹਾਂ ਤੁਸੀਂ ਇਹਨੂੰ ਇਸੇ ਤਰ੍ਹਾਂ ਪਸੰਦ ਕਰਦੇ ਜਾਓਗੇ ਅਤੇ ਅੱਗੇ ਨੂੰ ਸਹਿਯੋਗ ਦਿੰਦੇ ਜਾਓਗੇ। ਸਵਾਲ ਭੇਜਣੇ ਜਾਂ ਹੋਰ ਕਈ ਤਰ੍ਹਾਂ ਦੇ ਜੋ ਮਸਲੇ ਹੱਲ ਕਰਨੇ ਕਰਾਉਣੇ, ਇਹ ਆਪਣੀ ਜਿਹੜੀ ਟੀਮ ਹੈ, ਇੱਕ ਦੂਜੇ ਨਾਲ ਸਹਿਯੋਗ ਹੈ, ਇਹ ਤਾਂ ਹੀ ਸਾਰਾ ਕੁਝ ਹੋ ਸਕਦਾ ਹੈ ਅਤੇ ਅਸੀਂ ਅੱਗੇ ਵਿਕਾਸ ਦੀ ਪੌੜੀ ਲਗਾਤਾਰ ਚੜ੍ਹਦੇ ਜਾ ਸਕਦੇ ਹਾਂ। ਇੱਕ ਦੂਜੇ ਨੂੰ ਸਹਾਰਾ ਦਿੰਦੇ ਜਾਈਏ, ਸਲਾਹ ਦਿੰਦੇ ਜਾਈਏ, ਹਿੰਮਤ ਹੌਸਲਾ ਦਿੰਦੇ ਜਾਈਏ ਅਤੇ ਯੋਗ ਅਗਵਾਈ ਦੇਣ ਦੀ ਸਮਰੱਥਾ ਜਿੰਨੀ ਕਿਸੇ ਕੋਲ ਹੈ ਉਹ ਦੇਣ ਦਾ ਉਪਰਾਲਾ ਕਰਦਾ ਜਾਵੇ। 5 ਸਵਾਲ ਰੱਖੇ ਗਏ ਨੇ ਅਤੇ 5 ਸਵਾਲਾਂ ਦੇ ਵਿੱਚੋਂ ਅੱਜ ਜੋ 456 ਨੰਬਰ ਸਵਾਲ ਹੈ ਉਹ ਹੈ ਭਾਈ ਬੱਬਰ ਸ਼ੇਰ ਸਿੰਘ, ਪਿੰਡ ਨਥੇਹਾ, ਤਲਵੰਡੀ ਸਾਬੋ ਤੋਂ। ਇਹਨਾਂ ਦਾ ਸਵਾਲ ਹੈ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਜਾਂ ਇਸ ਤਰ੍ਹਾਂ ਦੇ ਪ੍ਰਹਲਾਦ ਨੂੰ ਜਾਂ ਹੋਰਨਾਂ ਸੇਵਕਾਂ ਨੂੰ, ਭਗਤਾਂ ਨੂੰ ਜਿਹੜੇ ਕਿ ਪੁਰਾਤਨ ਸਮੇਂ 'ਚ ਹੋਏ ਨੇ, ਪੁਰਾਣਿਕ ਕਥਾਵਾਂ ਦੇ ਵਿੱਚ ਉਹਨਾਂ ਦੇ ਨਾਮ ਦਾ ਜ਼ਿਕਰ ਆਉਂਦਾ ਰਹਿੰਦਾ ਹੈ। ਉਹਦੇ ਬਾਰੇ ਇਹਨਾਂ ਦਾ ਸਵਾਲ ਹੈ ਕਿ ਭਗਤ ਪ੍ਰਹਲਾਦ ਜੀ ਦਾ ਗੁਰਬਾਣੀ ਦੇ ਵਿੱਚ ਜ਼ਿਕਰ ਆਇਆ ਹੈ ਅਤੇ ਕੀ ਸੱਚਮੁੱਚ ਭਗਤ ਪ੍ਰਹਲਾਦ ਜੀ ਜਦੋਂ ਉਹਨਾਂ ਨੂੰ ਉਹਨਾਂ ਦੇ ਪਿਤਾ ਵੱਲੋਂ ਗਰਮ ਥੰਮ ਜਿਹੜਾ ਕਿ ਲੋਹੇ ਦਾ ਬਣਿਆ ਹੋਇਆ ਸੀ ਉਹਦੇ ਨਾਲ ਜੱਫੀ ਪਾਉਣ ਵਾਸਤੇ ਆਖਿਆ ਗਿਆ ਤਾਂ ਭਗਤ ਪ੍ਰਹਲਾਦ ਜੀ ਘਬਰਾ ਗਏ, ਤਾਂ ਉਦੋਂ ਭਗਵਾਨ ਇੱਕ ਕੀੜੀ ਦਾ ਰੂਪ ਧਾਰਨ ਕਰਕੇ ਉਸ ਗਰਮ ਥੰਮ ਦੇ ਉੱਤੇ ਆਪ ਚੱਲਣ ਲੱਗ ਪਿਆ ਤਾਂ ਕਿ ਭਗਤ ਪ੍ਰਹਲਾਦ ਕਿਤੇ ਡੋਲ ਨਾ ਜਾਵੇ ਅਤੇ ਉਹਨੇ ਫਿਰ ਨਿਡਰ ਹੋ ਕੇ ਉਸ ਗਰਮ ਥੰਮ ਨੂੰ ਜੱਫੀ ਪਾ ਲਈ। ਤਾਂ ਇਸ ਤਰ੍ਹਾਂ ਦੇ ਹੋਰ ਵੀ ਕੁਝ ਘਟਨਾਵਾਂ ਗੁਰਬਾਣੀ ਦੇ ਵਿੱਚ ਆਈਆਂ ਨੇ, ਹਵਾਲੇ ਦਿੱਤੇ ਗਏ ਨੇ। ਉਹਨਾਂ ਦਾ ਸਵਾਲ ਹੈ ਕਿ ਕੀ ਇਸ ਤਰ੍ਹਾਂ ਹੋ ਸਕਦਾ ਹੈ? ਕੀ ਗੁਰਬਾਣੀ ਕਰਾਮਾਤਾਂ ਨੂੰ ਮੰਨਦੀ ਹੈ? ਹਰਨਾਕਸ਼ ਵਾਲੀ ਸਾਖੀ ਕੀ ਸੱਚ ਹੈ? ਗੁਰੂ ਪਿਆਰ ਵਾਲਿਓ, ਗੱਲਾਂ ਨੂੰ ਸਮਝਾਉਣ ਵਾਸਤੇ ਜਿਹੋ ਜਿਹਾ ਸਾਡਾ ਮਾਨਸਿਕ ਪੱਧਰ ਹੁੰਦਾ ਹੈ, ਉਹੇ ਜਿਹੇ ਤਰੀਕੇ ਨਾਲ ਸਮਝਾਉਣ ਦਾ ਕਿਸੇ ਵੀ ਮਹਾਂਪੁਰਖ ਵੱਲੋਂ, ਵਿਦਵਾਨ ਵੱਲੋਂ ਉਪਰਾਲਾ ਕੀਤਾ ਜਾਂਦਾ ਹੈ। ਜੇ ਛੋਟੇ ਛੋਟੇ ਬੱਚਿਆਂ ਕੋਲੇ ਵੱਡੇ ਲੈਵਲ ਦੀਆਂ ਗੱਲਾਂ ਕਰੀਏ ਤਾਂ ਉਹਨਾਂ ਨੂੰ ਉਹ ਸਮਝ ਨਹੀਂ ਆਉਣੀਆਂ। ਉਹਨਾਂ ਦਾ ਲੈਵਲ ਬਹੁਤ ਛੋਟਾ ਹੁੰਦਾ ਹੈ। ਹੁਣ ਤੁਸੀਂ ਆਪ ਧਿਆਨ ਨਾਲ ਕਦੇ ਗੁਰਬਾਣੀ ਪੜ੍ਹੋ, ਗੁਰਬਾਣੀ 'ਚ ਜਾਨਵਰਾਂ ਦੇ ਹਵਾਲੇ ਵੀ ਮੌਜੂਦ ਨੇ ਕਿ ਭਾਈ ਕੁੱਤੇ ਤੋਂ ਕੁਝ ਸਿੱਖ ਲੈ, ਪਰ ਕੁੱਤੇ ਵਰਗਾ ਵਫਾਦਾਰ ਤਾਂ ਬਣ ਜਾਵੀਂ, ਕੁੱਤੇ ਵਰਗਾ ਲਾਲਚੀ ਨਾ ਬਣੀ। ਹੁਣ ਇਹ ਵੀ ਤਾਂ ਹਵਾਲੇ ਮੌਜੂਦ ਨੇ। ਇਸ ਤਰ੍ਹਾਂ ਕੀੜੀਆਂ ਦੇ, ਸ਼ਹਿਦ ਦੀਆਂ ਮੱਖੀਆਂ ਦੇ, ਤਿਤਲੀਆਂ ਦੇ, ਚਮਗਿੱਦੜਾਂ ਦੇ, ਚੂਹੇ ਚਿੜਿਆਂ ਦੇ, ਗਾਵਾਂ ਮੱਝਾਂ ਦੇ, ਅਨੇਕਾਂ ਜੀਵਾਂ ਦੇ ਹਵਾਲੇ ਗੁਰਬਾਣੀ 'ਚ ਮੌਜੂਦ ਨੇ ਅਤੇ ਸਾਨੂੰ ਉਹਨਾਂ ਤੋਂ ਕੋਈ ਨਾ ਕੋਈ ਸਿੱਖਿਆ ਦੇਣ ਦਾ ਉਪਰਾਲਾ ਕੀਤਾ ਗਿਆ ਹੈ, ਕਿਉਂਕਿ ਸਾਡਾ ਮਾਨਸਿਕ ਪੱਧਰ ਉਦੋਂ ਇੰਨਾ ਕੀ ਸੀ। ਦੂਜਾ ਇਹ ਕਿ ਇਹ ਚੀਜ਼ਾਂ ਨੇ ਜਿਹੜੀਆਂ ਪਸ਼ੂ ਪੰਛੀ ਆਦਿਕ, ਇਹ ਸਾਡੀ ਜ਼ਿੰਦਗੀ ਦਾ ਰੋਜ਼ਾਨਾ ਹਿੱਸਾ ਬਣੀਆਂ ਹੁੰਦੀਆਂ ਨੇ। ਇਹਨਾਂ ਦੇ ਰਾਹੀਂ ਸਮਝਣਾ ਸਾਡੇ ਵਾਸਤੇ ਸੌਖਾ ਹੋ ਜਾਂਦਾ ਹੈ। ਇਸੇ ਤਰ੍ਹਾਂ ਭਗਤ ਪ੍ਰਹਲਾਦ ਵਰਗਿਆਂ ਦੀਆਂ ਜੋ ਪ੍ਰਚਲਿਤ ਸਾਖੀਆਂ ਸਨ, ਕਹਾਣੀਆਂ ਸਨ, ਉਹ ਪੁਰਾਣਿਕ ਗ੍ਰੰਥਾਂ ਦੇ ਵਿੱਚ ਸ਼ਾਮਲ ਹੋਣ ਕਰਕੇ ਲਗਭਗ ਸਾਰੀਆਂ ਥਾਵਾਂ 'ਤੇ ਲੋਕਾਂ ਦੇ ਮਨਾਂ 'ਚ ਵਸੀਆਂ ਹੋਈਆਂ ਸਨ ਅਤੇ ਉਹਨਾਂ ਦੇ ਰਾਹੀਂ ਗੱਲ ਨੂੰ ਸਮਝਾਉਣ ਵਾਸਤੇ ਉਹਦੇ ਹਵਾਲੇ ਗੁਰਬਾਣੀ 'ਚ ਦਿੱਤੇ ਗਏ ਨੇ। ਹੁਣ ਕਦੀ ਸੋਚ ਕੇ ਵੇਖੀਏ ਆਪਾਂ ਕਿ ਕੋਈ ਵਿਅਕਤੀ ਤੱਤੇ ਥੰਬ ਨਾਲ ਜੱਫੀ ਪਾ ਕੇ ਬਚ ਸਕਦਾ ਹੈ? ਕਦੀ ਵੀ ਨਹੀਂ। ਅੱਗ ਦਾ ਜੋ ਸਿਸਟਮ ਹੈ, ਉਹਦਾ ਨਿਯਮ ਹੈ, ਭਾਵੇਂ ਕੋਈ ਵੀ ਵਿਅਕਤੀ ਹੈ
ਤੇ ਉਹਨੂੰ ਉਸਨੇ ਸਾੜ ਹੀ ਦੇਣਾ ਹੈ, ਫੂਕ ਹੀ ਦੇਣਾ ਹੈ। ਤੇ ਜੇ ਫਿਰ ਭਗਤ ਪ੍ਰਹਲਾਦ ਜੀ ਡਰ ਗਏ ਸੀ, ਉਹ ਕੀੜੀ ਨੂੰ ਆ ਕੇ ਉੱਥੇ ਬਹਿਣਾ ਪਿਆ। ਤੇ ਕੀੜੀ ਨੂੰ ਕਿਉਂ ਨਹੀਂ ਫੂਕਿਆ ਉਸ ਲਾਲ ਥੰਬ ਨੇ? ਪਰ ਕਹਿੰਦੇ ਉਹ ਤਾਂ ਭਗਵਾਨ ਸੀ। ਪਰ ਇਹਨਾਂ ਨੂੰ ਪੁੱਛਣ ਵਾਲਾ ਹੋਵੇ, ਸਾਖੀ ਘੜਨ ਵਾਲਿਆਂ ਨੂੰ, ਕਿ ਭਗਵਾਨ ਨੇ ਅੱਗ ਆਪ ਹੀ ਤਾਂ ਬਣਾਈ ਹੈ। ਜੇ ਮੰਨ ਲਿਆ ਜਾਵੇ ਕਿ ਰੱਬ ਬਣਾਉਂਦਾ ਸਾਰਾ ਕੁਝ, ਇੰਨੀ ਗਰਮੈਸ਼ ਅੱਗ ਦੇ ਵਿੱਚ ਰੱਬ ਨੇ ਹੀ ਬਣਾਈ ਹੈ, ਤੇ ਫਿਰ ਆਪ ਹੀ ਉਹਦੇ ਤੇ ਤੁਰਨ ਫਿਰਨ ਲੱਗ ਪਿਆ, ਉਹ ਅੱਗ ਠੰਡੀ ਕਿਵੇਂ ਹੋਊਗੀ? ਤਾਂ ਇਸ ਤਰ੍ਹਾਂ ਹੋਣਾ ਸੰਭਵ ਨਹੀਂ ਹੋਇਆ ਕਰਦਾ। ਇਸ ਕਹਾਣੀਆਂ ਜਿਵੇਂ ਕਿ ਲੋਕਾਂ ਦੇ ਵਿੱਚ ਪ੍ਰਚਲਿਤ ਸਨ, ਉਹ ਹਵਾਲਾ ਦੇ ਕੇ ਗੁਰੂ ਸਾਹਿਬ ਦੱਸਣਾ ਚਾਹੁੰਦੇ ਨੇ ਕਿ ਤੁਸੀਂ ਆਪ ਹੀ ਰੋਜ਼ਾਨਾ ਇਹ ਸੁਣਦੇ ਹੋ ਕਿ ਪ੍ਰਹਲਾਦ ਨੂੰ ਇਸ ਤਰ੍ਹਾਂ ਰੱਬ ਨੇ ਬਚਾ ਲਿਆ। ਉਹ ਭਲੇ ਲੋਕੋ, ਤੁਹਾਡੇ 'ਤੇ ਵੀ ਮੁਸੀਬਤਾਂ ਆ ਸਕਦੀਆਂ ਨੇ। ਤੁਸੀਂ ਵੀ ਰੱਬ 'ਤੇ ਭਰੋਸਾ ਰੱਖੋ, ਹਿੰਮਤ ਹੌਸਲਾ ਆਪਣੇ ਅੰਦਰ ਪੈਦਾ ਕਰੋ, ਸਿਆਣਪ ਪੈਦਾ ਕਰੋ, ਹਾਲਾਤ ਨਾਲ ਟੱਕਰ ਲੈਣ ਜੋਗੇ ਆਪਣੇ ਆਪ ਨੂੰ ਬਣਾਓ। ਤੇ ਭਾਵੇਂ ਫਿਰ ਅੱਗ ਦੇ ਭਾਂਬੜ ਬਲਦੇ ਹੋਣ, ਤੁਸੀਂ ਕਦੀ ਡੋਲਣਾ ਨਹੀਂ, ਘਬਰਾਉਣਾ ਨਹੀਂ, ਆਪਣੀ ਮੰਜ਼ਿਲ ਤੱਕ ਪਹੁੰਚਣ ਦਾ ਪੂਰਾ ਉਪਰਾਲਾ ਕਰਨਾ ਹੈ। ਤੇ ਇਸ ਗੱਲ ਨੂੰ ਸਮਝਾਉਣ ਵਾਸਤੇ ਇੱਕ ਤਰੀਕਾ ਹੈ ਕਿ ਜੇ ਪ੍ਰਹਲਾਦ ਨਿਡਰ ਹੋ ਕੇ ਸਾਰੇ ਕੰਮ ਕਰਦਾ ਰਿਹਾ, ਉਹਨੇ ਵਿਰੋਧੀਆਂ ਨਾਲ ਟੱਕਰਾਂ ਲੈਂਦਾ ਰਿਹਾ, ਤੇ ਫਿਰ ਅੱਜ ਤੁਸੀਂ ਕਿਉਂ ਡੋਲ ਪਏ ਹੋ? ਉਹਦੀ ਕਹਾਣੀ ਤਾਂ ਤੁਸੀਂ ਬਹੁਤ ਸ਼ੌਂਕ ਨਾਲ, ਪਿਆਰ ਨਾਲ ਪੜ੍ਹਦੇ ਹੋ, ਸੁਣਦੇ ਹੋ, ਸੁਣਾਉਂਦੇ ਹੋ, ਪਰ ਆਪ ਡਾਵਾਡੋਲ ਹੋਏ ਰਹਿੰਦੇ ਹੋ। ਇਸ ਤਰ੍ਹਾਂ ਨਾ ਕਰੋ। ਜੇ ਪ੍ਰਹਲਾਦ ਦੀ ਸਾਖੀ ਨੂੰ ਤੁਸੀਂ ਸੱਚ ਮੰਨਦੇ ਹੋ, ਤਾਂ ਫਿਰ ਆਪਣੇ ਆਪ ਨੂੰ ਵੀ ਤਿਆਰ ਕਰੋ, ਉਹੇ ਜੇ ਬਣੋ। ਇੱਥੇ ਨਾਲ ਹਵਾਲੇ ਕੁਝ ਦੇਣੇ ਜ਼ਰੂਰੀ ਨੇ। ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀ 'ਤੇ ਬਿਠਾਇਆ ਗਿਆ, ਬੇਅੰਤ ਮੁਸੀਬਤਾਂ 'ਚ ਪਾਇਆ ਗਿਆ, ਤਸੀਹੇ ਦਿੱਤੇ ਗਏ। ਉਹਨਾਂ ਵਾਸਤੇ ਤਾਂ ਅੱਗ ਠੰਡੀ ਨਹੀਂ ਹੋਈ, ਉਹਨਾਂ ਨੂੰ ਸਾੜ ਦਿੱਤਾ। ਇਸੇ ਤਰ੍ਹਾਂ ਭਾਈ ਸਤੀਦਾਸ ਨੂੰ ਰੂੰ ਦੇ ਵਿੱਚ ਬਲੇਟ ਕੇ ਅੱਗ ਦੇ ਵਿੱਚ ਸਾੜ ਦਿੱਤਾ ਗਿਆ। ਹੋਰ ਪਤਾ ਨਹੀਂ ਕਿੰਨੇ ਕੁ ਗੁਰਸਿੱਖਾਂ ਨੂੰ ਇਸ ਤਰ੍ਹਾਂ ਮੁਸੀਬਤਾਂ ਦੇ ਵਿੱਚੋਂ ਦੀ ਲੰਘਣਾ ਪਿਆ, ਜਾਨਾਂ ਵਾਰਨੀਆਂ ਪਈਆਂ। ਅੱਗ ਦਾ ਕੰਮ ਹੈ ਗਰਮੀ ਦੇਣੀ, ਸਾੜ ਦੇਣਾ। ਉਹਨੇ ਆਪਣਾ ਸੁਭਾਅ ਅੱਗ ਨੇ ਨਹੀਂ ਬਦਲਣਾ। ਹਰੇਕ ਚੀਜ਼ ਦਾ ਕੁਦਰਤੀ ਨਿਯਮਾਂ ਦੇ ਮੁਤਾਬਕ ਜੋ ਸੁਭਾਅ ਹੈ, ਉਹਨੂੰ ਇਸ ਤਰ੍ਹਾਂ ਤਬਦੀਲ ਨਹੀਂ ਕੀਤਾ ਜਾ ਸਕਦਾ। ਇਹ ਕੇਵਲ ਹਵਾਲੇ ਮਾਤਰ ਜੋ ਪੁਰਾਤਨ ਹਿੰਦੂ ਪੁਰਾਣੇ ਗ੍ਰੰਥਾਂ ਦੇ ਵਿੱਚ ਪ੍ਰਚਲਿਤ ਕਹਾਣੀਆਂ ਸੇ, ਉਹਦੇ ਹਵਾਲੇ ਮਾਤਰ ਨੇ, ਤਾਂ ਕਿ ਇਹ ਅੱਜ ਦੇ ਲੋਕਾਂ ਨੂੰ ਕੁਝ ਹਿੰਮਤ, ਕੁਝ ਹੌਸਲਾ ਦੇ ਕੇ ਹਾਲਾਤ ਨਾਲ ਟੱਕਰ ਲੈਣ ਵਾਸਤੇ ਮਾਨਸਿਕ ਤੌਰ 'ਤੇ ਤਿਆਰ ਕੀਤਾ ਜਾ ਸਕੇ। ਸੋ ਇਸ ਤਰ੍ਹਾਂ ਇਹ ਕਰਾਮਾਤਾਂ ਵਗੈਰਾ ਕੋਈ ਨਹੀਂ ਹੁੰਦੀਆਂ। ਇਹ ਪੁਰਾਣੇ ਸਮੇਂ 'ਚ ਜਦੋਂ ਬੁੱਧੀ ਵਿਕਸਿਤ ਨਹੀਂ ਹੋਈ ਸੀ, ਉਦੋਂ ਇਹਨਾਂ ਦਾ ਸਹਾਰਾ ਲੈ ਲਿਆ ਜਾਂਦਾ ਸੀ, ਲੋਕੀ ਸੱਚ ਮੰਨ ਲੈਂਦੇ ਸੀ। ਤੇ ਹੁਣ ਅਸੀਂ ਵਿਗਿਆਨਕ ਯੁੱਗ ਦੇ ਵਿੱਚ ਰਹਿ ਰਹੇ ਹਾਂ। ਹੁਣ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਰਾਮਾਤਾਂ ਆਦਿਕ ਨਹੀਂ ਹੁੰਦੀਆਂ। ਜੇ ਕਰਾਮਾਤਾਂ ਹੁੰਦੀਆਂ ਤੇ ਗੁਰੂ ਸਾਹਿਬ ਨੂੰ ਜਾਨਾਂ ਵਾਰਨ ਦੀ ਲੋੜ ਨਹੀਂ ਸੀ, ਜੰਗ ਲੜਨ ਦੀ ਲੋੜ ਨਹੀਂ ਸੀ। ਉਹ ਆਪਣੀ ਕਰਾਮਾਤੀ ਸ਼ਕਤੀ ਦੇ ਨਾਲ ਜਿਹੜਾ ਕੁਝ ਪ੍ਰਾਪਤ ਕਰਨਾ ਚਾਹੁੰਦੇ ਸੀ, ਉਹ ਸਿੱਖਾਂ ਨੂੰ ਵੀ ਲੈ ਕੇ ਦੇ ਦਿੰਦੇ, ਤੇ ਆਪਣੇ ਆਪ 'ਤੇ ਵੀ ਮੁਸੀਬਤਾਂ ਨਾ ਆਉਣ ਦਿੰਦੇ, ਤੇ ਸਮਾਜ ਦਾ ਕਰਾਮਾਤਾਂ ਦੇ ਨਾਲ ਕਲਿਆਣ ਕਰ ਦਿੰਦੇ। ਪਰ ਇਸ ਤਰ੍ਹਾਂ ਨਹੀਂ ਹੋਇਆ ਕਰਦਾ। ਇਹ ਕੇਵਲ ਹਵਾਲੇ ਮਾਤਰ ਹੋਇਆ ਕਰਦੇ ਨੇ। ਅਗਲਾ ਸਵਾਲ ਹੈ 457 ਨੰਬਰ। ਇਹ ਹੈ ਭਾਈ ਆਕਾਸ਼ਦੀਪ ਸਿੰਘ, ਪਿੰਡ ਭੰਡਲਾ, ਜ਼ਿਲ੍ਹਾ ਜਲੰਧਰ ਤੋਂ। ਇਹਨਾਂ ਦਾ ਸਵਾਲ ਹੈ, ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨ ਸਮੇਂ ਭਗਤਾਂ, ਸਿੱਖਾਂ ਤੇ ਭੱਟਾਂ ਦੀ ਬਾਣੀ ਗੁਰੂ ਅਰਜਨ ਸਾਹਿਬ ਕੋਲ ਕਿਵੇਂ ਪਹੁੰਚੀ? ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਬੀੜ ਵਿੱਚ ਕਿਸ ਨੇ ਸ਼ਾਮਲ ਕੀਤੀ? ਗੁਰੂ ਪਿਆਰ ਵਾਲਿਓ, ਜਦੋਂ ਗੁਰੂ ਨਾਨਕ ਸਾਹਿਬ ਨੇ ਬਹੁਤ ਲੰਮੀਆਂ ਯਾਤਰਾਵਾਂ ਏਸ਼ੀਆ ਭਰ ਦੀਆਂ ਕੀਤੀਆਂ ਨੇ, ਜਿੱਥੋਂ ਵੀ ਉਹਨਾਂ ਨੂੰ ਕਿਸੇ ਭਗਤ ਨਾਲ ਵਿਚਾਰ ਵਟਾਂਦਰਾ ਕਰਕੇ ਜਾਂ ਉਹਨਾਂ ਦੇ ਸੇਵਕਾਂ ਨਾਲ ਸਵਾਲ ਜਵਾਬ ਕਰਕੇ ਉਹਨਾਂ ਦੀ ਵਿਚਾਰਧਾਰਾ ਬਾਰੇ ਪਤਾ ਲੱਗਿਆ, ਉਹਨਾਂ ਨੂੰ ਇਹ ਵੀ ਦੱਸਿਆ ਗਿਆ ਕਿ ਇੱਥੇ ਬਾਣੀ ਇਹਨਾਂ ਨੇ ਲਿਖ ਕੇ ਰੱਖੀ ਹੋਈ ਹੈ। ਕਬੀਰ ਜੀ, ਰਵਿਦਾਸ ਜੀ, ਨਾਮਦੇਵ ਜੀ ਬਾਰੇ ਸੰਭਾਵਨਾ ਹੈ ਕਿ ਗੁਰੂ ਸਾਹਿਬ ਇਹਨਾਂ ਨੂੰ ਮਿਲੇ ਹੋਣ, ਵਿਚਾਰ ਚਰਚਾ ਕੀਤੀ ਹੋਵੇ, ਕਿਉਂਕਿ ਬਹੁਤੇ ਭਗਤ ਕਾਂਸ਼ੀ ਦੇ ਦੁਆਲੇ ਹੀ ਰਹਿੰਦੇ ਸਨ। ਆਪੋ ਆਪਣੇ ਡੇਰੇ ਕਾਂਸ਼ੀ ਤੋਂ ਬਾਹਰ ਜੰਗਲਾਂ ਦੇ ਵਿੱਚ ਇਹਨਾਂ ਨੇ ਬਣਾਏ ਹੋਏ ਸਨ, ਤਾਂ ਕਿ ਬ੍ਰਾਹਮਣ ਦੇ ਗੜ੍ਹ ਨੂੰ ਕਮਜ਼ੋਰ ਕੀਤਾ ਜਾ ਸਕੇ। ਗੁਰੂ ਸਾਹਿਬ ਇਸ ਇਲਾਕੇ 'ਚ ਕਾਫੀ ਦੇਰ ਤੱਕ ਰਹੇ। ਹੋ ਸਕਦਾ ਹੈ, ਪੱਕੇ ਸਬੂਤ ਤਾਂ ਸਾਡੇ ਕੋਲ ਨਹੀਂ ਹੈਗੇ ਕਿ ਇਹਨਾਂ ਭਗਤਾਂ ਨਾਲ ਗੁਰੂ ਸਾਹਿਬ ਦੀਆਂ ਲੰਮੀਆਂ ਗੋਸ਼ਟਾਂ ਹੋਈਆਂ ਹੋਣ,
ਤੇ ਇਹਨਾਂ ਦੀ ਬਾਣੀ ਦੇ ਉਤਾਰੇ ਕਰਕੇ ਆਪਣੇ ਆਪ ਨਾਲ ਲਿਆਏ। ਚਾਹੇ ਇਹਨਾਂ ਦੇ ਸੇਵਕਾਂ ਚੇਲਿਆਂ ਤੋਂ ਲੈ ਕੇ ਆਏ ਜਾਂ ਇਹਨਾਂ ਭਗਤਾਂ ਤੋਂ ਲੈ ਕੇ ਆਏ, ਪਰ ਇਹ ਬਾਣੀ ਦੂਰੋਂ ਦੂਰੋਂ ਗੁਰੂ ਨਾਨਕ ਸਾਹਿਬ ਨੇ ਆਪ ਹੀ ਇਕੱਤਰ ਕਰ ਲਈ। ਤੇ ਕੁਝ ਸਿੱਖਾਂ ਦੀ ਬਾਣੀ ਸੱਤਾ ਬਲਵੰਡ ਆਦਿਕ ਅਤੇ ਸੁੰਦਰ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਇਹ ਇਹਨਾਂ ਨੇ ਜਦੋਂ ਆਪਣੀ ਲਿਖੀ ਰਚਨਾ ਗੁਰੂ ਅਰਜਨ ਸਾਹਿਬ ਨੂੰ ਵਿਖਾਈ ਤਾਂ ਉਹਨਾਂ ਨੂੰ ਪਸੰਦ ਆ ਗਈ। ਇਹ ਗੁਰੂ ਅਰਜਨ ਸਾਹਿਬ ਨੇ ਇਹਨਾਂ ਤੋਂ ਲੈ ਕੇ ਬੀੜ ਦੇ ਵਿੱਚ ਸ਼ਾਮਲ ਕਰ ਲਈ। ਇਸੇ ਤਰ੍ਹਾਂ ਭੱਟਾਂ ਨੇ ਪਹਿਲਾਂ ਲੰਮਾ ਸਮਾਂ ਤੱਕ ਹਵਾਲਾ ਮਿਲਦਾ ਹੈ ਭੱਟਾਂ ਦੇ ਸਵਈਆਂ 'ਚ, ਅਤੇ ਵਿਦਵਾਨਾਂ ਨੇ ਵੀ ਲਿਖਿਆ ਹੋਇਆ ਹੈ ਕਿ ਉਹ ਕਹਿੰਦੇ ਨੇ ਅਸੀਂ ਬਹੁਤ ਇਲਾਕਾ ਘੁੰਮ ਲਿਆ, ਦੇਸ਼ ਭਰ ਦੀ ਯਾਤਰਾ ਕੀਤੀ, ਪਰ ਸਾਡੇ ਮਨ ਨੂੰ ਕਿਤੇ ਸ਼ਾਂਤੀ ਨਾ ਆਈ। ਸਾਨੂੰ ਕੋਈ ਇਹੋ ਜਿਹਾ ਮਹਾਂਪੁਰਖ ਕਿਤੇ ਨਾ ਮਿਲਿਆ ਜਿਹੜਾ ਕਿ ਦੇਸ਼ ਦੇ ਲੋਕਾਂ ਦੇ ਭਲੇ ਵਾਸਤੇ ਕੋਈ ਵਡੇਰੇ ਕਾਰਜ ਉਲੀਕ ਸਕੇ ਅਤੇ ਲੋਕਾਂ ਦੇ ਦੁੱਖ ਦੂਰ ਕਰਨ ਦੇ ਵਿੱਚ ਉਹਨਾਂ ਨੂੰ ਅਗਵਾਈ ਦੇ ਸਕੇ। ਅਸੀਂ ਭਟਕਦੇ ਭੌਂਦੇ ਦੂਰ ਦੂਰ ਦੇ ਸਫ਼ਰ ਤੈਅ ਕਰਦੇ ਅਸੀਂ ਇੱਥੇ ਆਏ ਹਾਂ, ਅਤੇ ਗੁਰੂ ਸਾਹਿਬ ਦਾ ਅਸੀਂ ਜੋ ਉਪਦੇਸ਼, ਇਹਨਾਂ ਦੀ ਬਾਣੀ, ਇਹਨਾਂ ਦੇ ਕੀਤੇ ਪਰਉਪਕਾਰ, ਸਾਰਿਆਂ ਨਾਲ ਬਰਾਬਰਤਾ ਵਾਲਾ ਜੋ ਤਾਲਮੇਲ, ਇਹਨਾਂ ਦਾ ਦੇਖ ਕੇ ਸਾਨੂੰ ਬਹੁਤ ਖੁਸ਼ੀ ਮਿਲੀ ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਗੁਰੂ ਸਾਹਿਬ ਲੋਕਾਂ ਦੇ ਕਲਿਆਣ ਵਾਸਤੇ ਬਹੁਤ ਵੱਡੇ ਪੱਧਰ 'ਤੇ ਇਹ ਕਾਰਜ ਕਰ ਰਹੇ ਨੇ। ਇਹਨਾਂ ਦੀ ਜੋ ਬਾਣੀ ਹੈ ਉਹ ਸਦਾ ਅਗਵਾਈ ਦੇਣ ਵਾਲੀ ਹੈ। ਇਹਨਾਂ ਨੇ ਫਿਰ ਕੁਝ ਸਮਾਂ ਜਿਹੜਾ ਕਿ ਕਿਹਾ ਜਾਂਦਾ ਹੈ 1 ਸਾਲ ਇੱਥੇ ਰਹੇ ਜਾਂ ਵੱਧ ਸਮਾਂ ਰਹੇ, ਅਤੇ ਕੁਝ ਭੱਟ ਤਾਂ ਸਦਾ ਵਾਸਤੇ ਹੀ ਗੁਰੂ ਘਰ ਦੀ ਸੇਵਾ ਵਾਸਤੇ ਇੱਥੇ ਹੀ ਰਹਿ ਗਏ। ਇਹਨਾਂ ਦੀ ਅੱਗੋਂ ਔਲਾਦ ਨੇ ਅੱਗੇ ਜਾ ਕੇ ਬਹੁਤ ਸਾਰੇ ਜੰਗ ਯੁੱਧਾਂ ਦੇ ਵਿੱਚ ਵੀ ਹਿੱਸਾ ਲਿਆ, ਸ਼ਹੀਦੀਆਂ ਵੀ ਪਾਈਆਂ। ਇਹ ਵੀ ਇਤਿਹਾਸ ਦੇ ਵਿੱਚੋਂ ਸਾਨੂੰ ਹਵਾਲੇ ਮਿਲ ਜਾਂਦੇ ਨੇ। ਅਤੇ ਇਹਨਾਂ ਨੇ ਜੋ ਰਚਨਾ ਆਪਣੀ ਰਚੀ ਉਹ ਸਾਰੀ ਗੁਰੂ ਅਰਜਨ ਸਾਹਿਬ ਦੇ ਹਵਾਲੇ ਕੀਤੀ। ਗੁਰੂ ਸਾਹਿਬ ਨੇ ਉਹਦਾ ਚੰਗੀ ਤਰ੍ਹਾਂ ਅਧਿਐਨ ਕੀਤਾ ਅਤੇ ਫਿਰ ਗੁਰੂ ਸਾਹਿਬ ਨੂੰ ਇਹ ਰਚਨਾ ਜਦੋਂ ਪਸੰਦ ਆ ਗਈ, ਗੁਰਮਤਿ ਦੇ ਮਿਆਰ 'ਤੇ ਖਰੀ ਉਤਰੀ, ਤਾਂ ਉਹਨਾਂ ਨੇ ਇਹਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਲ ਕਰ ਲਿਆ। ਇਹ ਆਪ ਹੀ ਉੱਥੇ ਆਏ ਸਨ ਗੋਇੰਦਵਾਲ, ਅਤੇ ਉਦੋਂ ਇਹਨਾਂ ਨੇ ਇਹ ਸਾਰੀ ਰਚਨਾ ਰਚੀ ਅਤੇ ਗੁਰੂ ਅਰਜਨ ਸਾਹਿਬ ਦੇ ਹਵਾਲੇ ਕਰ ਦਿੱਤੀ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਲ ਕਰ ਲਈ। ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਬਾਣੀ ਆਪ ਹੀ ਆਨੰਦਪੁਰ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰ ਲਈ ਸੀ। ਇਹਦੇ ਸਾਨੂੰ ਹਵਾਲੇ ਬਹੁਤ ਸਾਰੇ ਇਤਿਹਾਸਕਾਰਾਂ ਤੋਂ ਮਿਲਦੇ ਨੇ। ਕਈ ਲੋਕ ਇਹ ਕਹਿ ਦਿੰਦੇ ਨੇ ਕਿ 10ਵੇਂ ਪਾਤਸ਼ਾਹ ਨੇ ਇਹ ਸ਼ਾਮਲ ਕੀਤੀ। ਨਹੀਂ, ਇਸ ਤਰ੍ਹਾਂ ਦੀ ਗੱਲ ਨਹੀਂ ਹੈ। 9ਵੇਂ ਪਾਤਸ਼ਾਹ ਨੇ ਆਪ ਹੀ ਸਾਰਾ ਇਹ ਕੰਮ ਕੀਤਾ, ਅਤੇ 10ਵੇਂ ਪਾਤਸ਼ਾਹ ਨੇ ਆਪਣੀ ਕੋਈ ਬਾਣੀ ਨਹੀਂ ਲਿਖੀ, ਅਤੇ ਇਸ ਕਰਕੇ ਉਹਨਾਂ ਦੇ ਨਾਮ ਨਾਲ ਜੋ 10ਮ ਗ੍ਰੰਥ ਵਗੈਰਾ ਜੋੜਿਆ ਗਿਆ ਉਹਦੇ ਤੋਂ ਸਾਨੂੰ ਬਚਣਾ ਚਾਹੀਦਾ। 10ਮ ਗ੍ਰੰਥ 10ਵੇਂ ਪਾਤਸ਼ਾਹ ਦੀ ਕੋਈ ਰਚਨਾ ਨਹੀਂ ਹੈ। ਉਹ ਰਾਮ ਅਤੇ ਸ਼ਾਮ ਕਵੀਆਂ ਦੀਆਂ ਰਚਨਾਵਾਂ ਨੇ ਜਾਂ ਹੋਰ ਕਵੀਆਂ ਦੀਆਂ ਰਚਨਾਵਾਂ ਨੇ। ਤੋ 9ਵੇਂ ਪਾਤਸ਼ਾਹ ਨੇ ਆਪਣੀ ਬਾਣੀ ਆਪ ਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੀ ਹੈ। 10ਵੇਂ ਪਾਤਸ਼ਾਹ ਨੇ ਤਾਂ ਇਹਨੂੰ ਗੁਰਤਾ ਦਾ ਦਰਜਾ ਦੇ ਕੇ ਸਿੱਖਾਂ ਨੂੰ ਅੱਗੇ ਵਾਸਤੇ ਇਹਦੇ ਤੋਂ ਅਗਵਾਈ ਲੈਣ ਦੀ ਹਦਾਇਤ ਕਰ ਦਿੱਤੀ ਹੈ। ਸੋ ਇਸ ਤਰ੍ਹਾਂ ਬਾਣੀ ਦਾ ਇਹ ਸਰੂਪ ਅੱਜ ਸਾਡੇ ਕੋਲ ਪਹੁੰਚ ਚੁੱਕਿਆ ਹੋਇਆ ਹੈ। ਅੱਗੇ ਸਵਾਲ ਨੰਬਰ 458, ਇਹ ਵੀ ਭਾਈ ਆਕਾਸ਼ਦੀਪ ਸਿੰਘ ਦਾ ਹੈ। ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਦਾ ਸ਼ਹੀਦੀ ਦਿਨ ਕਿਉਂ ਨਹੀਂ ਮਨਾਇਆ ਜਾਂਦਾ, ਇਸ ਬਾਰੇ ਵੀ ਦੱਸੋ। ਗੁਰੂ ਪਿਆਰ ਵਾਲਿਓ, ਬਹੁਤ ਕੁਝ ਅਜਿਹਾ ਹੈ ਜਿਹੜਾ ਸਿੱਖਾਂ ਨੇ ਅੱਜ ਤੱਕ ਸਮਝਿਆ ਨਹੀਂ ਹੈ। ਇਤਿਹਾਸਕਾਰਾਂ ਨੇ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ। ਮੈਂ ਆਪਣੀ ਕਿਤਾਬਾਂ ਦੇ ਵਿੱਚ ਇਹਦਾ ਜ਼ਿਕਰ ਬਹੁਤ ਵਾਰੀ ਕੀਤਾ, ਪਰ ਮੇਰਾ ਦਾਇਰਾ ਛੋਟਾ ਸੀ ਅਤੇ ਬਹੁਤੇ ਲੋਕਾਂ ਤੱਕ ਇਹ ਆਵਾਜ਼ ਨਹੀਂ ਪਹੁੰਚ ਸਕੀ। ਮੇਰਾ ਭਾਵ ਹੈ ਕਿ ਸਾਰੇ ਗੁਰੂ ਸਾਹਿਬਾਨ, ਗੁਰੂ ਨਾਨਕ ਸਾਹਿਬ ਲਗਭਗ 70 ਸਾਲ ਦੀ ਉਮਰ ਦੇ ਵਿੱਚ ਜੋਤੀ ਜੋਤ ਸਮਾਏ ਨੇ। ਇੰਨੀ ਕੁ ਉਮਰ ਵਾਜਬ ਹੈ। ਗੁਰੂ ਅਮਰਦਾਸ ਸਾਹਿਬ ਵੀ ਵੱਡੀ ਉਮਰ ਦੇ ਹੋ ਗਏ ਸਨ, ਪਰ ਬਾਕੀ ਗੁਰੂ ਸਾਹਿਬਾਨ ਤਾਂ ਜਵਾਨੀ ਦੀ ਉਮਰ ਦੇ ਵਿੱਚ ਹੀ ਜੋਤੀ ਜੋਤ ਸਮਾਉਂਦੇ ਰਹੇ ਨੇ। ਗੁਰੂ ਅਰਜਨ ਸਾਹਿਬ ਬਾਰੇ ਤਾਂ ਸਾਨੂੰ ਪਤਾ ਲੱਗ ਗਿਆ ਕਿ ਉਹ ਸ਼ਹੀਦ ਕੀਤੇ ਗਏ। 9ਵੇਂ ਪਾਤਸ਼ਾਹ ਬਾਰੇ ਸਾਨੂੰ ਪਤਾ ਲੱਗ ਗਿਆ ਕਿ ਉਹ ਵੀ ਸ਼ਹੀਦ ਕੀਤੇ ਗਏ, ਪਰ ਬਾਕੀ ਗੁਰੂਆਂ ਬਾਰੇ ਕੋਈ ਖੋਜ ਨਹੀਂ ਕੀਤੀ ਗਈ। ਨਹੀਂ ਤਾਂ ਛੋਟੀ ਛੋਟੀ ਉਮਰ ਦੇ ਵਿੱਚ ਕਦੀ ਅੰਦਾਜ਼ਾ ਲਾ ਕੇ ਵੇਖੋ, ਦੂਸਰੇ ਪਾਤਸ਼ਾਹ, ਚੌਥੇ ਪਾਤਸ਼ਾਹ,
ਛੇਵੇਂ ਪਾਤਸ਼ਾਹ, ਸੱਤਵੇਂ ਪਾਤਸ਼ਾਹ, ਅੱਠਵੇਂ ਪਾਤਸ਼ਾਹ ਅਤੇ 10ਵੇਂ ਪਾਤਸ਼ਾਹ ਛੋਟੀ ਉਮਰਾਂ ਦੇ ਵਿੱਚ, ਭਰ ਜਵਾਨੀ ਦੇ ਵਿੱਚ, ਕਈ ਵਾਰੀ ਤਾਂ ਬਚਪਨ ਦਾ ਜਿਹੜਾ ਸਮਾਂ ਹੈ ਜਿਵੇਂ 8ਵੇਂ ਪਾਤਸ਼ਾਹ ਦਾ, ਉਸ ਉਮਰ ਦੇ ਵਿੱਚ ਹੀ ਉਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਉਹ ਜੋਤੀ ਜੋਤ ਸਮਾ ਗਏ। ਅਸਲ ਦੇ ਵਿੱਚ ਉਹਨਾਂ ਨੂੰ ਵੀ ਕਿਸੇ ਸਾਜ਼ਿਸ਼ ਤਹਿਤ ਸ਼ਹੀਦ ਕੀਤਾ ਗਿਆ, ਪਰ ਇਹਦੇ ਸਬੂਤ ਸਾਡੇ ਕੋਲੇ ਅੱਜ ਨਹੀਂ ਹੈਗੇ। ਵਿਦਵਾਨਾਂ ਨੂੰ ਇਸ ਪਾਸੇ ਹੋਰ ਖੋਜ ਕਰਨੀ ਚਾਹੀਦੀ ਹੈ। ਸਾਰੇ ਗੁਰੂ ਸਾਹਿਬਾਨਾਂ ਬਾਰੇ ਜਿਨ੍ਹਾਂ ਦੀ ਉਮਰ ਵੀ ਛੋਟੀ ਸੀ ਅਤੇ ਉਹਨਾਂ ਬਾਰੇ ਇਹੋ ਹੀ ਲਿਖਿਆ ਮਿਲਦਾ ਕਿ ਉਹ ਚੌਂਕੜਾ ਮਾਰ ਕੇ ਬੈਠ ਗਏ ਜਾਂ ਉਹ ਚਾਦਰ ਲੈ ਕੇ ਲੰਮੇ ਪੈ ਗਏ ਤਾਂ ਉਹਨਾਂ ਨੇ ਪ੍ਰਾਣ ਤਿਆਗ ਦਿੱਤੇ। ਇਹ ਪ੍ਰਾਣ ਤਿਆਗਣ ਵਾਲੀ ਗੱਲ ਕੋਈ ਐਵੇਂ ਆਸਾਨ ਨਹੀਂ ਹੈ ਕਿ ਪ੍ਰਾਣ ਕੋਈ ਕੱਪੜੇ ਨਹੀਂ ਹੈਗੇ ਕਿ ਕੱਪੜੇ ਲਾਹ ਕੇ ਰੱਖ ਦਿੱਤੇ, ਜਾਂ ਕੋਈ ਚੀਜ਼ ਵਸਤੂ ਨਹੀਂ ਹੈ ਕਿ ਬੋਝੇ 'ਚੋਂ ਕੱਢ ਕੇ ਪਾਸੇ ਰੱਖ ਦਿੱਤੀ। ਇਸ ਤਰ੍ਹਾਂ ਪ੍ਰਾਣ ਕੱਢ ਕੇ ਪਰਾਂ ਨਹੀਂ ਧਰੇ ਜਾਂਦੇ ਹੁੰਦੇ। ਇਹ ਸਾਡੇ ਲਿਖਾਰੀਆਂ ਨੇ ਜਾਂ ਕਥਾਵਾਚਕਾਂ ਨੇ ਇਸ ਤਰ੍ਹਾਂ ਦੀਆਂ ਕਹਾਣੀਆਂ ਮਜਬੂਰੀ ਵਸ ਜੋੜ ਲਈਆਂ ਨੇ, ਕਿਉਂਕਿ ਸਬੂਤ ਕੋਈ ਨਹੀਂ ਸੀ। ਜੋ ਉਹਨਾਂ ਕੋਲੇ ਸਾਹਮਣੇ ਆਇਆ ਉਹਨੂੰ ਕਿਸੇ ਨਾ ਕਿਸੇ ਤਰੀਕੇ ਲੋਕਾਂ ਦੇ ਸਨਮੁਖ ਰੱਖਦੇ ਗਏ। ਸੋ ਗੁਰੂ ਸਾਹਿਬ ਦੇ ਜੋ ਸ਼ਹੀਦੀ ਦਿਹਾੜੇ ਨੇ ਇਹਨਾਂ ਨੂੰ ਮਨਾਉਣਾ ਚਾਹੀਦਾ ਅਤੇ ਇਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ, ਤਾਂ ਕਿ ਅਸੀਂ ਸਮਝ ਸਕੀਏ ਕਿ ਗੁਰੂ ਸਾਹਿਬ ਨੇ ਸਾਡੇ ਵਾਸਤੇ ਹਰ ਤਰ੍ਹਾਂ ਦਾ ਖਤਰਾ ਮੁੱਲ ਲੈ ਕੇ ਪਰਉਪਕਾਰ ਦੇ ਕਾਰਜ ਕੀਤੇ। ਜਿੱਥੇ ਸਾਨੂੰ ਚੰਗੀ ਮੱਤ ਦਿੱਤੀ ਉੱਥੇ ਸਾਡੇ ਵਾਸਤੇ ਅਸੂਲਾਂ 'ਤੇ ਪਰਪੱਕ ਰਹਿੰਦਿਆਂ ਜਾਨਾਂ ਤੱਕ ਵਾਰ ਦਿੱਤੀਆਂ, ਸ਼ਹੀਦੀਆਂ ਤੱਕ ਪਾ ਗਏ, ਪਰ ਆਪਣੇ ਅਸੂਲਾਂ ਤੋਂ ਮੂੰਹ ਨਹੀਂ ਮੋੜਿਆ। ਇਸ ਪਾਸੇ ਬਹੁਤ ਸਾਰਾ ਧਿਆਨ ਦੇਣ ਦੀ ਲੋੜ ਹੈ। ਅੱਗੇ ਸਵਾਲ ਨੰਬਰ 459। ਇਸ ਭਾਈ ਨੇ ਆਪਣਾ ਨਾਮ ਨਹੀਂ ਲਿਖਿਆ। ਇਹਨਾਂ ਦਾ ਸਵਾਲ ਹੈ, ਕਬੀਰ ਏਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਇਸ ਦੇ ਅਰਥ ਸਮਝਾਓ ਜੀ। ਸਾਨੂੰ ਨਾਮ ਜਪਣ ਵਾਸਤੇ ਬਾਰ-ਬਾਰ ਕਿਹਾ ਜਾਂਦਾ ਹੈ ਕਿ ਇਹ ਪੰਗਤੀ ਨਾਮ ਜਪਣ ਵਾਸਤੇ ਲਿਖੀ ਹੈ। ਗੁਰੂ ਪਿਆਰ ਵਾਲਿਓ, ਇੱਥੇ ਕਦੀ ਇਸੇ ਇੱਕ ਪੂਰੇ ਸਲੋਕ ਨੂੰ ਜਿਹੜਾ ਕਿ 1377 ਪੰਨੇ 'ਤੇ ਕਬੀਰ ਜੀ ਦਾ ਲਿਖਿਆ ਹੋਇਆ, ਇਹਨੂੰ ਸਾਰੇ ਨੂੰ ਸਲੋਕ ਨੂੰ ਪੜ੍ਹ ਕੇ ਵੇਖ ਲਿਓ। ਜੇ ਹੋਰ ਸਲੋਕ ਨਾਲ ਪੜ੍ਹ ਲਓ ਫਿਰ ਤਾਂ ਕਹਿਣਾ ਕੀ ਹੈ ਕਿ ਇਹਦੇ ਵਿੱਚ ਕਬੀਰ ਜੀ ਸਾਫ਼ ਕਹਿ ਰਹੇ ਨੇ ਕਿ ਭਾਈ ਮੂਰਖ ਨਾ ਬਣੇ ਰਹੋ, ਸਿਆਣੇ ਬਣੋ। ਤੁਹਾਨੂੰ ਆਪਣੇ ਆਪ ਅਕਲ ਜੇ ਨਹੀਂ ਆ ਸਕਦੀ ਤਾਂ ਸਿਆਣੇ ਲੋਕਾਂ ਦਾ ਸੰਗ ਮਾਣੋ, ਚੰਗਾ ਉਪਦੇਸ਼ ਲਓ। ਭਗਤ ਦਾ ਮਤਲਬ ਹੈ ਭਲਾ ਇਨਸਾਨ, ਵਿਦਵਾਨ, ਬਹਾਦਰ, ਨੇਕ ਗੁਣਾਂ ਵਾਲਾ। ਕਿਉਂਕਿ ਗੁਰਬਾਣੀ ਦੇ ਵਿੱਚ ਭਲੇ ਇਨਸਾਨਾਂ ਨੂੰ, ਕਬੀਰ ਨੂੰ, ਰਵਿਦਾਸ ਨੂੰ, ਨਾਮਦੇਵ ਜੀ ਨੂੰ, ਇਹਨਾਂ ਨੂੰ ਭਗਤ ਕਹਿ ਕੇ ਬਹੁਤ ਥਾਵਾਂ 'ਤੇ ਜਿੱਥੇ ਸਰਲੇਖ ਆਉਂਦਾ ਗੁਰੂ ਅਰਜਨ ਸਾਹਿਬ ਨੇ ਭਗਤ ਕਹਿ ਕੇ ਸੰਬੋਧਨ ਕੀਤਾ, ਬਾਣੀ ਭਗਤਾਂ ਕੀ। ਹੁਣ ਇਹ ਜਿਹੜੇ ਏਡੇ ਏਡੇ ਵੱਡੇ ਵਿਦਵਾਨ ਨੇ, ਬਹਾਦਰ ਨੇ, ਉਹਨਾਂ ਸਮਿਆਂ ਦੇ ਵਿੱਚ ਇਹਨਾਂ ਨੇ ਜੋ ਬਾਣੀ ਲਿਖੀ ਹੈ ਉਹਦੇ ਵਿੱਚ ਇਹ ਦੱਸਣਾ ਚਾਹੁੰਦੇ ਨੇ ਕਿ ਨੇਕ ਇਨਸਾਨ, ਭਲਾ ਇਨਸਾਨ, ਅਕਲਮੰਦ ਇਨਸਾਨ, ਉਹਦੀ ਸੰਗਤ ਕਰੋ ਤਾਂ ਕਿ ਤੁਹਾਨੂੰ ਵੀ ਕੁਝ ਅਕਲ ਆ ਜਾਵੇ, ਤੁਸੀਂ ਵੀ ਆਪਣੇ ਹੱਕਾਂ ਵਾਸਤੇ ਕੁਝ ਲੜਾਈ ਲੜ ਸਕੋ। ਆਪਣੇ ਘਰਾਂ ਦੇ ਵਿੱਚ ਛੁਪ ਕੇ ਡਰ ਕੇ ਨਾ ਬੈਠੇ ਰਹੋ। ਭਾਵੇਂ ਕਿੰਨਾ ਵੀ ਸਮਾਂ ਮਿਲਦਾ ਹੈ ਤੁਸੀਂ ਸਿੱਖਿਆ ਲੈਣ ਦਾ, ਗਿਆਨ ਲੈਣ ਦਾ, ਅਕਲ ਲੈਣ ਦਾ ਉਪਰਾਲਾ ਕਰੋ। ਭਗਤਾਂ ਦੀ, ਨੇਕ ਇਨਸਾਨਾਂ ਦੀ, ਵਿਦਵਾਨਾਂ ਦੀ, ਬਹਾਦਰਾਂ ਦੀ ਸੰਗਤ ਕਰੋ ਤਾਂ ਕਿ ਤੁਹਾਨੂੰ ਵੀ ਕੋਈ ਚੰਗੀ ਮੱਤ ਆ ਸਕੇ, ਤੁਹਾਡੇ ਅੰਦਰ ਵੀ ਹਿੰਮਤ, ਹੌਸਲਾ ਪੈਦਾ ਹੋ ਸਕੇ। ਇੱਥੇ ਲਿਖਿਆ ਭਗਤਨ ਸੇਤੀ ਗੋਸ਼ਟੇ। ਗੋਸ਼ਟੇ ਦਾ ਮਤਲਬ ਹੁੰਦਾ ਵਿਚਾਰ ਚਰਚਾ। ਤੁਸੀਂ ਉਹਨਾਂ ਨੂੰ ਸਵਾਲ ਕਰੋ, ਉਹ ਤੁਹਾਨੂੰ ਜਵਾਬ ਦੇਣਗੇ। ਜਿੰਨਾ ਵੀ ਕਰ ਸਕੋ ਉਹਦਾ ਲਾਭ ਹੀ ਲਾਭ ਹੈ। ਭਾਵੇਂ ਥੋੜੇ ਤੋਂ ਥੋੜਾ ਸਮਾਂ ਵੀ ਮਿਲਦਾ, ਸਮੇਂ ਨੂੰ ਅਜਾਈਂ ਨਾ ਗਵਾਓ। ਆਪਣੇ ਮਾਨਸਿਕ ਵਿਕਾਸ ਕਰਨ ਵਾਸਤੇ ਵਿਦਵਾਨਾਂ ਤੋਂ, ਭਲੇ ਲੋਕਾਂ ਤੋਂ, ਨੇਕ ਇਨਸਾਨਾਂ ਤੋਂ ਕੋਈ ਨਾ ਕੋਈ ਸਿੱਖਿਆ ਲੈਣ ਦਾ ਸਦਾ ਉਪਰਾਲਾ ਕਰਦਾ ਰਹੋ ਤਾਂ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਰ ਸੁਧਾਰ ਆ ਸਕੇ, ਅੱਗੋਂ ਤੁਸੀਂ ਵੀ ਕੋਈ ਪਰਉਪਕਾਰ ਕਰਨ ਜੋਗੇ ਹੋ ਸਕੋ। ਇਹਦਾ ਇਹ ਭਾਵ ਲੈ ਲਈਏ ਆਪਾਂ ਤਾਂ ਸਾਡੇ ਵਾਸਤੇ ਬਿਹਤਰ ਰਹੇਗਾ। ਗੁਰਬਾਣੀ ਸਾਨੂੰ ਚੰਗੇ ਇਨਸਾਨ ਬਣਾਉਣ ਵਾਸਤੇ ਹੀ ਲਿਖੀ ਗਈ ਹੈ ਅਤੇ ਇਹ ਪੁਰਾਤਨ ਸਮਿਆਂ ਵਿੱਚ ਵੀ ਅਗਵਾਈ ਕਰਦੀ ਰਹੀ ਹੈ, ਅੱਜ ਵੀ ਅਸੀਂ ਇਹ ਤੋਂ ਸੇਧ ਲੈ ਸਕਦੇ ਹਾਂ। ਸਵਾਲ ਨੰਬਰ 460। ਬਾਣੀ ਦੇ ਸਤਿਕਾਰ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਸ਼ਨਾਨ ਕਰਕੇ ਜਾਣਾ ਜ਼ਰੂਰੀ ਹੈ। ਇਹ ਬੰਦਾ ਭਾਈ ਯੂਪੀ ਤੋਂ ਹੈ, ਨਾਮ ਵਗੈਰਾ ਇਹਨਾਂ ਨੇ ਆਪਣਾ ਨਹੀਂ ਲਿਖਿਆ। ਗੁਰੂ ਪਿਆਰ ਵਾਲਿਓ, ਪੁਰਾਤਨ ਸਮਿਆਂ ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ
ਜੰਗਲਾਂ ਦੇ ਵਿੱਚ ਸਿੱਖ ਜੰਗਾਂ ਯੁੱਧਾਂ ਸਮੇਂ ਆਪਣੇ ਨਾਲ ਹੀ ਰੱਖਦੇ ਸਨ, ਉਦੋਂ ਤਾਂ ਪਾਣੀ ਦੀ ਪ੍ਰਾਪਤੀ ਕਰਨੀ ਵੀ ਬਹੁਤ ਔਖੀ ਸੀ। ਸਰੋਵਰਾਂ 'ਚ, ਟੋਭਿਆਂ 'ਚ ਜਾਂ ਫਿਰ ਦਰਿਆਵਾਂ 'ਚ, ਨਦੀਆਂ 'ਚ ਪਾਣੀ ਮਿਲਦਾ ਸੀ, ਆਮ ਥਾਵਾਂ 'ਤੇ ਪਾਣੀ ਨਹੀਂ ਮਿਲਦਾ ਸੀ। ਇਸ਼ਨਾਨ ਕਰਨਾ ਤਾਂ ਦੂਰ ਦੀ ਗੱਲ, ਪੀਣ ਵਾਸਤੇ ਪਾਣੀ ਵੀ ਬਹੁਤ ਕਈ ਵਾਰੀ ਮੁਸ਼ਕਲ ਹੁੰਦੀ ਸੀ, ਨਹੀਂ ਮਿਲਦਾ ਸੀ। ਫਸਲਾਂ ਵੀ ਬਹੁਤੀਆਂ ਮੀਂਹ ਦੇ ਸਹਾਰੇ ਹੁੰਦੀਆਂ ਸੀ। ਆਹ ਖੂਹ ਵਗੈਰਾ ਵੀ ਇਹ ਬਾਅਦ ਦੇ ਵਿੱਚ ਲੱਗਣੇ ਸ਼ੁਰੂ ਹੋਏ ਨੇ, ਅਤੇ ਪਹਿਲਾਂ ਤਾਂ ਖੂਹ ਵੀ ਘੱਟ ਤੋਂ ਘੱਟ ਹੁੰਦੇ ਸੀ, ਕਿਉਂਕਿ ਉਹਨਾਂ ਨੂੰ ਪੱਕੇ ਕਰਨ ਵਾਸਤੇ, ਪੁਟਾਈ ਕਰਨ ਵਾਸਤੇ ਅੱਜ ਵਾਂਗ ਸਾਧਨ ਨਹੀਂ ਸੀ, ਅਤੇ ਇੱਟਾਂ ਵਗੈਰਾ ਬਹੁਤ ਔਖੀਆਂ ਮਿਲਦੀਆਂ ਸੀ। ਜੇ ਕਿਤੇ ਖੂਹ ਪੁੱਟਿਆ ਵੀ ਜਾਂਦਾ ਸੀ ਤਾਂ ਉਹ ਕੱਚੀ ਮਿੱਟੀ ਡਿੱਗ ਕੇ ਬਾਅਦ ਦੇ ਵਿੱਚ ਬੰਦ ਹੋ ਜਾਂਦਾ ਸੀ। ਸੋ ਖੂਹਾਂ ਦਾ ਵੀ ਬਹੁਤ ਮੁਸ਼ਕਲ ਸੀ ਕਾਇਮ ਰਹਿਣਾ, ਅਤੇ ਉਹਨਾਂ ਸਮਿਆਂ ਦੇ ਵਿੱਚ ਇਸ਼ਨਾਨ ਕਰਨਾ ਬਹੁਤ ਮੁਸ਼ਕਲ ਸੀ। ਅਤੇ ਇਸੇ ਕਰਕੇ ਕਈ ਵਾਰੀ ਕਿਹਾ ਜਾਂਦਾ ਹੈ ਸਵੇਰੇ ਉੱਠੋ ਇਸ਼ਨਾਨ ਕਰੋ। ਇਹ ਉਹਨਾਂ ਸਮਿਆਂ ਦੇ ਵਿੱਚ ਪ੍ਰਚਲਿਤ ਹੋਈਆਂ ਧਾਰਨਾਵਾਂ ਸੀ। ਜਦੋਂ ਕਿ ਪਾਣੀ ਕਿਤੇ ਮਿਲ ਗਿਆ ਤਾਂ ਫਿਰ ਸਿਆਣੇ ਬੰਦੇ ਨੇ ਆਖਣਾ ਕਿ ਭਾਈ ਅੱਜ ਪਾਣੀ ਮਿਲ ਗਿਆ, ਉੱਠੋ ਛੇਤੀ ਇਸ਼ਨਾਨ ਵਗੈਰਾ ਕਰ ਲਓ, ਅਤੇ ਮੁੜ ਕੇ ਪਤਾ ਨਹੀਂ ਪਾਣੀ ਸਾਨੂੰ ਮਿਲੇ ਕਿ ਨਾ ਮਿਲੇ, ਅਤੇ ਯਾਤਰਾ 'ਚ ਕਿਤੇ ਦੂਰ ਜਾਣਾ ਪਵੇ, ਜੰਗਲਾਂ 'ਚ ਰਹਿਣਾ ਪਵੇ, ਜੰਗ ਯੁੱਧਾਂ ਦੇ ਵਿੱਚ ਜਾਣਾ ਪਵੇ, ਅਤੇ ਮੁਸੀਬਤਾਂ 'ਚ ਰਹਿਣਾ ਪਵੇ। ਇਸ ਕਰਕੇ ਤੁਸੀਂ ਛੇਤੀ ਕਰੋ, ਇਸ਼ਨਾਨ ਵਗੈਰਾ ਕਰ ਲਓ। ਤਾਂ ਇਹ ਸੀ ਉਹਨਾਂ ਸਮਿਆਂ ਦੀਆਂ ਗੱਲਾਂ। ਅੱਜ ਤਾਂ ਅਸੀਂ ਘਰ ਦੇ ਵਿੱਚ ਤਕਰੀਬਨ ਪਾਣੀ ਦਾ ਪ੍ਰਬੰਧ ਹੈਗਾ, ਟੂਟੀਆਂ, ਵਾਟਰ ਵਰਕਸ ਅਤੇ ਹੋਰ ਕਈ ਸਾਰੇ ਸਾਧਨ ਪਾਣੀ ਦੇ ਹੈਗੇ ਨੇ। ਕਈਆਂ ਥਾਵਾਂ 'ਤੇ ਤਾਂ ਠੰਡਾ ਪਾਣੀ ਜੇ ਨਹਾਉਣ ਨੂੰ ਦਿਲ ਨਾ ਕਰੇ ਤਾਂ ਗਰਮ ਪਾਣੀ ਵੀ ਅਸੀਂ ਆਰਾਮ ਨਾਲ ਕਰ ਸਕਦੇ ਹਾਂ, ਇਸ਼ਨਾਨ ਕਰ ਸਕਦੇ ਹਾਂ। ਗੁਰੂ ਗ੍ਰੰਥ ਸਾਹਿਬ ਦੇ ਕੋਲੇ ਜਾਣ ਵੇਲੇ ਸਫਾਈ ਦਾ ਧਿਆਨ ਰੱਖਣਾ ਹੈ। ਨਹਾਉਣ ਵਗੈਰਾ ਦਾ ਕੋਈ ਬੰਦਸ ਨਹੀਂ ਹੈ। ਪੁਰਾਤਨ ਸਮੇਂ ਦੀ ਜਿਹੜੀ ਮੈਂ ਤੁਹਾਨੂੰ ਗੱਲ ਸੁਣਾਈ ਹੈ, ਉਦੋਂ ਤਾਂ ਨਹਾਉਣ ਵਾਸਤੇ ਸਾਧਨ ਵੀ ਨਹੀਂ ਸੀ, ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਉਸੇ ਤਰ੍ਹਾਂ ਸਿੱਖ ਆਪਣੇ ਨਾਲ ਰੱਖਦੇ ਹੁੰਦੇ ਸੀ। ਪਹਿਲੀ ਸੰਸਾਰ ਜੰਗ ਦੀਆਂ ਫੋਟੋਆਂ ਮੈਂ ਆਪ ਮਿਊਜ਼ੀਅਮਾਂ ਦੇ ਵਿੱਚ, ਵਿਦੇਸ਼ਾਂ 'ਚ ਜਦੋਂ ਮੈਂ ਯਾਤਰਾ 'ਤੇ ਗਿਆ, ਇੰਗਲੈਂਡ ਦੇ ਵਿੱਚ ਇੱਕ ਮਿਊਜ਼ੀਅਮ ਦੇ ਵਿੱਚ ਫੋਟੋਆਂ ਲੱਗੀਆਂ ਸੀ ਪਹਿਲੀ ਸੰਸਾਰ ਜੰਗ ਦੀਆਂ। ਉੱਥੇ ਇੱਕ ਸਿੱਖ ਜਿਹੜਾ ਕਿ ਅੰਗਰੇਜ਼ੀ ਫੌਜ ਦੇ ਵਿੱਚ ਸਨ, ਬਾਕੀ ਸਿੱਖ ਫੌਜੀ, ਉਹਨਾਂ ਨੂੰ ਬਾਣੀ ਪੜ੍ਹ ਕੇ ਸੁਣਾ ਰਿਹਾ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ, ਉਹਦੇ ਤਾਬੇ ਬੈਠਾ ਹੋਇਆ, ਉਹਨੇ ਜੁੱਤੀ ਜੋੜਾ ਉਤਾਰਿਆ ਹੋਇਆ, ਪਰ ਬਾਕੀ ਸਿੱਖ ਜਿਹੜੇ ਫੌਜੀ ਨੇ ਉਹ ਆਪਣੇ ਸਮੇਤ ਹਥਿਆਰਾਂ ਦੇ, ਸਮੇਤ ਬੂਟਾਂ ਦੇ ਉਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬੈਠ ਕੇ ਬਾਣੀ ਸੁਣ ਰਹੇ ਨੇ। ਉਹਨਾਂ ਨੂੰ ਕੋਈ ਇਸ ਗੱਲ ਦਾ ਗਿਲਾ ਨਹੀਂ ਸੀ, ਗਿਲਾਨੀ ਨਹੀਂ ਸੀ ਕਿ ਅਸੀਂ ਬੂਟਾਂ ਸਮੇਤ ਗੁਰੂ ਗ੍ਰੰਥ ਸਾਹਿਬ ਕੋਲੇ ਆ ਗਏ ਹਾਂ। ਨਹੀਂ, ਉਦੋਂ ਇਹੋ ਜਿਹੀ ਭਾਵਨਾ ਮਨ 'ਚ ਹੈ ਹੀ ਨਹੀਂ ਸੀ। ਇਹ ਬਾਹਮਣਵਾਦ ਨੇ ਸਾਡੇ ਅੰਦਰ, ਸਾਡੇ ਪੁਜਾਰੀਆਂ ਨੇ ਅਜਿਹੀਆਂ ਭਾਵਨਾਵਾਂ ਪੈਦਾ ਕੀਤੀਆਂ ਨੇ। ਮਸਲਾ ਹੈ ਸਫਾਈ ਦਾ, ਅਤੇ ਸਫਾਈ ਰੱਖਣ ਵਾਸਤੇ ਅਸੀਂ ਕੱਪੜਿਆਂ ਦਾ ਵੀ ਧਿਆਨ ਰੱਖਣਾ ਹੈ, ਆਪਣੇ ਸਰੀਰ ਦਾ ਵੀ ਧਿਆਨ ਰੱਖਣਾ ਹੈ। ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉਸ ਕਮਰੇ ਵਗੈਰਾ ਦਾ ਵੀ ਆਪਾਂ ਸਾਫ ਸਫਾਈ ਦਾ ਖਿਆਲ ਰੱਖਣਾ ਹੁੰਦਾ। ਇਹ ਇਸ਼ਨਾਨ ਵਗੈਰਾ ਦੇ ਤਾਂ ਪੁਜਾਰੀ ਵੱਲੋਂ ਪ੍ਰਚਲਿਤ ਕੀਤੇ ਹੋਏ ਕੰਮ ਨੇ, ਇਹਦਾ ਕੋਈ ਮਹੱਤਵ ਨਹੀਂ ਹੈ। ਅੱਜ ਤਾਂ ਹਰੇਕ ਇਨਸਾਨ ਆਪਣੀ ਲੋੜ ਦੇ ਮੁਤਾਬਕ ਰੋਜ਼ਾਨਾ ਹੀ ਇਸ਼ਨਾਨ ਕਰਦਾ ਹੈ। ਇਹ ਦੱਸਣ ਕਹਿਣ ਦੀ ਲੋੜ ਨਹੀਂ ਹੈ। ਇਹ ਉਹਨਾਂ ਸਮਿਆਂ ਦੀਆਂ ਗੱਲਾਂ ਨੇ ਜਦੋਂ ਕਿ ਪਾਣੀ ਵਗੈਰਾ ਨਹੀਂ ਸੀ ਮਿਲਦਾ। ਤੋ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੱਜ ਬਿਨਾਂ ਇਸ਼ਨਾਨ ਕੀਤੇ ਆਪਾਂ ਮੋਬਾਈਲ 'ਚੋਂ ਸੁਣ ਲਈਏ ਜਾਂ ਪੜ੍ਹ ਲਈਏ, ਸੀਡੀਆਂ ਤੋਂ ਸੁਣ ਲਈਏ, ਅਤੇ ਇਸੇ ਤਰ੍ਹਾਂ ਨੈੱਟ ਤੋਂ ਡਾਊਨਲੋਡ ਕਰ ਲਈਏ, ਅਤੇ ਜਾਂ ਫਿਰ ਹੋਰ ਪੋਥੀਆਂ ਆਪਣੇ ਘਰ ਦੇ ਵਿੱਚ ਲੈ ਕੇ ਰੱਖ ਲਈਏ। ਉਹਦੇ ਤੋਂ ਕੌਣ ਕਹਿੰਦਾ ਸਾਨੂੰ, ਕੌਣ ਵੇਖੇਗਾ ਆ ਕੇ ਕਿ ਇਸ਼ਨਾਨ ਕੀਤਾ ਕਿ ਨਹੀਂ ਕੀਤਾ, ਤੁਸੀਂ ਕਿਸ ਢੰਗ ਦੇ ਨਾਲ ਬੈਠੇ ਹੋ, ਕੁਰਸੀ 'ਤੇ ਬੈਠੇ ਹੋ ਕਿ ਜ਼ਮੀਨ 'ਤੇ ਬੈਠੇ ਹੋ, ਚੌਂਕੜਾ ਮਾਰਿਆ ਕਿ ਨਹੀਂ ਮਾਰਿਆ, ਸਿਰ ਢਕਿਆ ਕਿ ਨਹੀਂ ਢਕਿਆ, ਸਾਨੂੰ ਕੋਈ ਪੁੱਛਣ ਵਾਲਾ ਨਹੀਂ। ਅਸੀਂ ਆਪਣੀ ਮਰਜ਼ੀ ਦੇ ਨਾਲ ਬਾਣੀ ਤੋਂ ਸੇਧ ਲੈਣੀ ਹੈ, ਅਤੇ ਭਾਵੇਂ ਉਹ ਇੰਟਰਨੈੱਟ ਦੇ ਰਾਹੀਂ, ਮੋਬਾਈਲ ਦੇ ਰਾਹੀਂ, ਸੀਡੀਆਂ ਰਾਹੀਂ, ਪੈਨ ਡਰਾਈਵ ਦੇ ਰਾਹੀਂ ਜਾਂ ਕੋਈ ਵੀ ਹੋਰ ਤਰੀਕਾ ਅਸੀਂ ਲੈ ਕੇ ਬਾਣੀ ਤੋਂ ਅਗਵਾਈ ਲੈਣੀ ਹੈ, ਸੇਧ ਲੈਣੀ ਹੈ, ਚੰਗੇ ਇਨਸਾਨ ਬਣਨਾ, ਨਾ ਕਿ ਵਹਿਮਾਂ ਭਰਮਾਂ 'ਚ ਪਏ ਰਹਿਣਾ। ਇਤਨੇ ਕੁ ਬਚਨ ਪ੍ਰਵਾਨ ਕਰਨੇ। ਅੱਜ 5 ਸਵਾਲ ਤੁਹਾਡੇ ਨਾਲ ਸਾਂਝੇ ਕੀਤੇ ਗਏ ਨੇ, ਇਹਨਾਂ ਦਾ ਜਵਾਬ ਦੇਣ ਦਾ ਯਤਨ ਕੀਤਾ। ਉਮੀਦ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਇਸ ਤਤ ਗੁਰਮਤਿ ਗਿਆਨ YouTube ਚੈਨਲ ਨੂੰ ਪਸੰਦ ਕਰਦੇ ਰਹੋਗੇ, ਅਤੇ ਆਪਣੇ ਸਵਾਲ ਭੇਜ ਕੇ ਮਸਲੇ ਹੱਲ ਕਰਨ ਦਾ ਉਪਰਾਲਾ ਕਰਦੇ ਰਹੋਗੇ। ਗਿਆਨ ਜਿੰਨਾ ਵੀ ਹਾਸਲ ਕੀਤਾ ਜਾ ਸਕੇ ਓਨਾ ਥੋੜ੍ਹਾ ਹੈ, ਗਿਆਨ ਦੀ ਕੋਈ ਸੀਮਾ ਨਹੀਂ ਹੈ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।